ਲੇਕਿਨ ਇਹ ਸਾਰੀਆਂ ਚੀਜ਼ਾਂ 'ਚ ਹਰ ਬੰਦੇ ਨੇ ਜਿਹੜਾ ਵੀ ਡਿਪਾਰਟਮੈਂਟ ਸੀ, ਜਿਹੜੇ ਵੀ ਡਿਪਾਰਟਮੈਂਟ ਸੀ ਤੁਸੀਂ ਗੱਲ ਕੀਤੀ, ਉਹਨੇ ਪਾਕਿਸਤਾਨ ਬਾਰੇ ਮੈਨੂੰ ਇੱਕ ਦਫਾ ਨਹੀਂ ਲੱਗਿਆ ਜਿੱਥੇ ਕੋਈ ਗੱਲ ਹੋਈ ਹੋਵੇ ਕਿ ਇਹਨੇ ਪਾਕਿਸਤਾਨ ਬਾਰੇ ਸੋਚਿਆ। ਸ਼ਾਇਦ ਜਿਹਨੇ ਇਹ ਸੋਚਿਆ ਸੀ, ਮੇਰਾ ਖਿਆਲ ਹੈ ਜਨਰਲ ਕਿਆਨੀ ਦਾ ਮਾਡਲ ਸੀ ਕਿ ਇੱਕ ਤੀਸਰੀ ਕੁਵਤ ਆਉਣੀ ਚਾਹੀਦੀ, ਤੇ ਜਨਰਲ ਕਿਆਨੀ ਦਾ ਸ਼ਾਇਦ ਉਸ ਵੇਲੇ ਬੈਕ ਆਫ ਦੀ ਮਾਈਂਡ ਤੇ ਇਹ ਹੋਏਗਾ ਕਿ ਇੱਕ ਤੀਸਰੀ ਕੁਵਤ ਆਏਗੀ, ਇੱਕ ਪਪੂਲਰ ਫੇਸ ਸਾਹਮਣੇ ਆਏਗਾ, ਤੇ ਜਿਹੜੀਆਂ ਵਾਰੀਆਂ ਲੱਗੀਆਂ ਨੇ ਦੋਨੋਂ ਪਾਰਟੀਆਂ ਦੀਆਂ, ਤੇ ਉਸ ਦੀ ਬਜਾਏ ਇੱਕ ਇਮਰਾਨ ਖਾਨ ਦੇ ਨਾਲ ਕਰਪਸ਼ਨ ਨਹੀਂ ਸੀ ਸ਼ਾਇਦ ਕੁਝ ਬਿਹਤਰ ਹੋ ਜਾਵੇ। ਇਮਰਾਨ ਖਾਨ ਦੀ ਪਰਸਨੈਲਿਟੀ ਦੇ ਨਾਲ, ਉਹਦੇ ਜੋ ਵੀ ਫਲॉज ਸਨ ਉਹਦੇ ਕਰੈਕਟਰ ਦੇ ਵਿੱਚ, ਪਲੇ ਬॉय ਦੇ ਤੌਰ ਤੇ, ਲੇਕਿਨ ਉਹਦੇ ਨਾਲ ਫਾਈਨੈਂਸ਼ੀਅਲ ਕਰਪਸ਼ਨ ਨਹੀਂ ਸੀ ਜੁੜੀ। ਇਹ ਉਹਦੀ ਰਿਪਿਊਟ ਇਹੀ ਸੀ ਕਿ 1 ਰੁਪਏ ਦੀ ਵੀ ਕਰਪਸ਼ਨ ਇਮਰਾਨ ਨਹੀਂ ਕਰੇਗਾ। तो मेरा तो ख्याल है कि एक गुड फेथ च उन्हें सोचा होएगा। लेकिन एक चीज़ जी है एज ए जर्नलिस्ट मैं सीखी है कि जो तुसी मसनूई तरीके नाल किसी निज़ाम नूं क्रिएट करदे हो ना, तो उस तरीके नाल वो घिर भी जाता है। इस सिस्टम नूं इवॉल्व होण देण। इमरान खान अगर हुकूमत च रहिंदा ना, जो ਉਹਦੇ ਖਿਲਾਫ नो कॉन्फिडेंस हुई 2022 ਦੇ ਵਿੱਚ, तो वो हाईली अनपॉपुलर प्राइम मिनिस्टर ਸੀ क्योंकि उसको डिलीवर नहीं ਸੀ ਕੀਤਾ ਜਾ ਰਿਹਾ। जिस ਵੇਲੇ नो कॉन्फिडेंस हुई ਉਸ ਤੋਂ ਬਾਅਦ ਉਹ ਮੋਸਟ ਪਪੂਲਰ ਅਪੋਜੀਸ਼ਨ ਲੀਡਰ ਬਣ ਗਿਆ, ਔਰ ਜਿਨ੍ਹਾਂ ਨੂੰ ਹੁਕੂਮਤ ਦਿੱਤੀ ਗਈ ਸੀ PDM ਵਾਲਿਆਂ ਨੂੰ, ਉਹ ਪੰਜਾਬ 'ਚ ਪਪੂਲਰ ਸਨ। PTI ਦੇ ਦੌਰ ਦੇ ਵਿੱਚ ਜਿੰਨੇ ਬਾਈ ਇਲੈਕਸ਼ਨ ਹੋਏ ਸਨ, ਇੱਕ ਸੂਬਾਈ ਦੀ ਸੀਟ ਛੋੜ ਕੇ ਸਿਆਲਕੋਟ ਵਾਲੀ ਸਾਰੀਆਂ ਸੀਟਾਂ ਨੂਨ ਲੀਗ ਜਿੱਤ ਗਈ ਸੀ। ਮਰੀਮ ਨਵਾਜ਼ ਦੇ ਜਲਸੇ ਤਗੜੇ ਹੁੰਦੇ ਸਨ, ਲੇਕਿਨ PDM ਦੀ ਹੁਕੂਮਤ ਜਿਵੇਂ ਹੀ ਬਣੀ ਉਹ ਸਾਰੇ ਅਨਪਪੂਲਰ ਹੋ ਗਏ ਤੇ ਇਮਰਾਨ ਖਾਨ ਦੀ ਪਪੂਲੈਰਿਟੀ ਸਮਾਨ ਤੇ ਚਲੀ ਗਈ।